हाँ जी, ਹੈਲੋ ਸਟੂਡੈਂਟਸ। ਇੱਥੇ ਤੇ ਜਾਵਾ ਦੇ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਓਵਰਲੋਡਿੰਗ ਮੈਥਡ, ਯਾਨੀ ਕਿ 152 ਪੇਜ ਤੇ ਆਪਣੇ ਕੋਲ ਓਵਰਲੋਡਿੰਗ ਮੈਥਡ ਜੋ ਆਪਾਂ ਨੇ ਕਲਾਸਿਸ ਕੀਤੀਆਂ ਨੇ। ਕਲਾਸਿਸ ਦੇ ਵਿੱਚ ਕਿਵੇਂ ਆਪਾਂ ਇੱਕ ਮੈਥਡ ਦੇ ਥਰੂ ਆਪਾਂ ਓਵਰਲੋਡਿੰਗ ਕਰ ਸਕਦੇ ਹਾਂ। ਮੈਥਡ ਇੱਕ ਤੋਂ ਜ਼ਿਆਦਾ ਮੈਥਡ ਆਪਾਂ ਯੂਜ਼ ਕਰ ਸਕਦੇ ਹਾਂ। when the multiple method in the same class have the same name but different in the number type of parameter। ਆਪਾਂ ਇੱਕੋ ਹੀ ਮਲਟੀਪਲ ਮੈਥਡ ਨੇ ਸੇਮ ਕਲਾਸ ਦੇ ਵਿੱਚ, ਇੱਕੋ ਹੀ ਕਲਾਸ ਦੇ ਵਿੱਚ ਇੱਕੋ ਹੀ ਨੇਮ ਦੇ ਨਾਲ, ਸੇਮ ਨੇਮ ਦੇ ਨਾਲ ਅਲੱਗ-ਅਲੱਗ ਨੰਬਰ ਜਾਂ ਅਲੱਗ-ਅਲੱਗ ਪੈਰਾਮੀਟਰ ਆਰਗੂਮੈਂਟਸ ਦੇ ਥਰੂ ਆਪਾਂ ਨੂੰ ਅਸੈਸ ਕਰਦੇ ਹਾਂ। ਉਹਨੂੰ ਕਹਿੰਦੇ ਨੇ ਮੈਥਡ ਓਵਰਲੋਡਿੰਗ। ਵੈਨ ਦਾ ਓਵਰਲੋਡਿੰਗ ਮੈਥਡ ਇਨਵੋਕ ਇਨ ਰਿਸਪੋਂਸੀਬਲ ਫੋਰ ਦਾ ਕੰਪਾਈਲਰ, ਮਤਲਬ ਇਹ ਕਿਹਦੇ ਲਈ ਰਿਸਪੋਂਸੀਬਲ ਹੁੰਦਾ? ਕੰਪਾਈਲਰ ਦੇ ਲਈ। ਕੰਪਾਈਲਰ ਕੀ ਕਰਦਾ? ਪਹਿਲਾਂ ਕੰਪਾਈਲ ਕਰਦਾ ਸਾਰੇ ਪ੍ਰੋਗਰਾਮ ਨੂੰ। ਸਿਲੈਕਟ ਦਾ ਐਪਰੋਪਰੀਏਟ ਓਵਰਲੋਡ ਮੈਥਡ, ਸਭ ਤੋਂ ਪਹਿਲਾਂ ਤਾਂ ਉਹਨੇ ਸਿਲੈਕਟ ਕਰਨਾ ਵੀ ਕਿਹੜਾ ਐਪਰੋਪਰੀਏਟ ਮੈਥਡ ਹੈ ਜਿਹੜਾ ਉਹਨਾਂ ਲਈ ਵਧੀਆ ਦਾ ਕੰਮ ਕਰੇ। ਬੇਸਡ ਔਨ ਦਾ ਨੰਬਰ ਆਫ ਆਰਗੂਮੈਂਟ, ਕਿੰਨੇ ਨੰਬਰ ਆਫ ਆਰਗੂਮੈਂਟਸ ਉਹਦੇ ਵਿੱਚ ਪਾਸ ਕਰਾਏ ਹੋਏ ਨੇਗੇ। ਵੈਨ ਯੂ ਵਰਕ ਦਾ ਜਾਵਾ ਕਲਾਸ ਲਾਈਬ੍ਰੇਰੀ ਯੂ ਕੈਨ ਐਨਕੋਡਰ ਦਾ ਕਲਾਸਿਸ ਵਿਦ ਦਾ ਨੂਮੈਰੀਕਲੀ ਮੈਥਡਸ ਐਂਡ ਦਾ ਸੇਮ ਨੇਮ। ਇੱਕੋ ਹੀ ਕਲਾਸ ਦੇ ਵਿੱਚ ਮਲਟੀਪਲ ਮੈਥਡ ਤੁਸੀਂ ਅਸੈਸ ਕਰ ਸਕਦੇ ਹੋ। ਜਿਵੇਂ ਕਿ ਐਗਜ਼ਾਮਪਲ ਦੇਖੋ ਉੱਪਰ, ਸਿਸਟਮ ਡੋਟ ਆਊਟ ਡੋਟ ਪ੍ਰਿੰਟ ਐਲਨ ਵੈਲਕਮ ਟੂ ਜਾਵਾ। ਸਿਸਟਮ ਡੋਟ ਪ੍ਰਿੰਟ ਡੋਟ ਆਰਗੂਮੈਂਟ 54 ਦੇਤਾ, ਉਸ ਤੋਂ ਬਾਅਦ ਆਰਗੂਮੈਂਟ ਟਰੂ ਦੇਤਾ, ਉਸ ਤੋਂ ਬਾਅਦ ਆਰਗੂਮੈਂਟ 91 ਤੇ 67 ਦੇਤਾ। ਦੈਨ ਆਪਣੇ ਕੋਲ ਇਹ ਨੋ ਪੈਰਾਮੀਟਰ, ਬਿਨਾ ਪੈਰਾਮੀਟਰ ਤੋਂ ਵੀ ਆਪਾਂ ਕੰਮ ਕਰ ਸਕਦੇ ਹਾਂ। 올 ਦੀਜ਼ ਮੈਥਡ ਹੈਵ ਦਾ ਸੇਮ ਨੇਮ, ਯਾਨੀ ਕਿ ਸਭ ਦਾ ਇੱਕੋ ਹੀ ਨੇਮ ਹੈ ਪ੍ਰਿੰਟ ਐਲਨ, ਬਟ ਟੇਕ ਦਾ ਡਿਫਰੈਂਟ ਪੈਰਾਮੀਟਰ। ਸਾਰਿਆਂ ਦਾ ਪੈਰਾਮੀਟਰ ਅਲੱਗ-ਅਲੱਗ ਹੈ। ਪਹਿਲਾਂ ਕੀ ਹੈ ਆਪਣੇ ਕੋਲ ਸਟਰਿੰਗ ਦੇ ਵਿੱਚ ਹੈ, ਫਿਰ ਨੰਬਰ ਦੇ ਵਿੱਚ ਹੈ, ਬੂਲਨ ਦੇ ਵਿੱਚ ਹੈ। ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਪੈਰਾਮੀਟਰ ਦੇ ਵਿੱਚ ਆਪਾਂ ਇਹਨੂੰ ਪਾਸ ਕਰਾ ਸਕਦੇ ਹਾਂ। ਹੁਣ ਜਿਵੇਂ ਕਿ ਇਹਦਾ ਮੈਥਡ ਕੀ ਹੈ ਆਪਣੇ ਕੋਲ, ਮੈਥ ਵੋਇਡ ਸਮ ਇੰਟ ਐਕਸ ਇੰਟ ਵਾਈ। ਆਪਾਂ ਨੂੰ ਇੰਟ ਐਕਸ ਤੇ ਇੰਟ ਵਾਈ ਦੇ ਰੱਖਿਆ ਹੈ। ਇੰਟ ਕੀ ਹੈ? ਸਮ ਇੰਟ ਕੀ ਹੈ? ਆਪਣੇ ਕੋਲ ਕਲਾਸ ਦਾ ਕੰਮ ਕਰ ਰਹੀ ਹੈ। ਇੰਟ ਐਕਸ ਤੇ ਇੰਟ ਵਾਈ ਕੀ ਹੈ? ਆਪਣੇ ਕੋਲ ਪੈਰਾਮੀਟਰ ਆ ਗਏ। ਇੰਟ ਦੇ ਨਾਲ ਆਪਾਂ ਦੋਨੋਂ ਪੈਰਾਮੀਟਰਸ ਨੂੰ ਇੱਕ ਅਲੱਗ ਪੈਰ ਲੈ ਕੇ ਆਪਾਂ ਉਹਦੇ ਵਿੱਚ ਕੀ ਲਗਾ ਦਾਂਗੇ? ਆਪਣਾ ਲੌਜਿਕ ਲਗਾ ਦਾਂਗੇ। z ਇਜ਼ ਇਕੁਅਲ ਟੂ ਐਕਸ ਪਲੱਸ ਵਾਈ। ਸਿਸਟਮ ਡੋਟ ਆਊਟ ਪ੍ਰਿੰਟ ਐਲਨ ਦੇ ਵਿੱਚ ਆਪਾਂ ਇਹਨੂੰ ਅਸੈਸ ਕਰਾ ਦਾਂਗੇ ਪਲੱਸ ਦੇ ਸਾਈਨ ਦੇ ਨਾਲ। ਹੁਣ ਨੀਚੇ ਦੇਖੋ, ਹੁਣ ਜਿਵੇਂ ਆਪਾਂ ਨੂੰ ਵਾਈਡ ਸਮ ਇੰਟ ਅਲੱਗ ਤੋਂ ਮੈਥਡ ਹੈ, ਸਮ ਲੋ ਫਲੋਟ ਆ ਗਿਆ, ਸਮ ਲੌਂਗ ਆ ਗਿਆ, ਸਮ ਕਰੈਕਟਰ ਆ ਗਿਆ, ਸਮ ਡਬਲ ਆ ਗਿਆ। ਇਹ ਸਾਰੇ ਆਪਣੇ ਕੋਲ ਡਿਫਰੈਂਟ ਮੈਥਡ ਨੇ ਅਤੇ ਅਲੱਗ-ਅਲੱਗ ਇਹਨਾਂ ਦੇ ਵਿੱਚ ਪੈਰਾਮੀਟਰ ਪਾਸ ਕੀਤੇ ਹੋਏ ਨੇ ਸਾਡੇ ਕੋਲ। ਇਸ ਤਰੀਕੇ ਦੇ ਨਾਲ ਵਰਕਆਊਟ ਕਰਦੇ ਨੇ ਇਹ। ਜਿਵੇਂ ਕਿ ਹੁਣ ਪ੍ਰੋਗਰਾਮ ਦੇ ਵਿੱਚ ਦੇਖੋ, ਆਪਣੇ ਕੋਲ ਕਲਾਸ ਹੈਗੀ ਹੈ ਸਮ ਟੂ ਨੰਬਰਸ। ਕਲਾਸ ਦਾ ਨੇਮ ਆਪਾਂ ਨੇ ਫਸਟ ਲੈਟਰ ਕੈਪੀਟਲ ਲੈਣਾ, ਤੁਹਾਨੂੰ ਪਹਿਲਾਂ ਦੱਸਿਆ ਮੈਨੇ। ਵਾਈਡ ਸਮ ਆਪਣੇ ਕੋਲ ਮੈਥਡ ਆ ਗਿਆ, ਉਹਦੇ ਵਿੱਚ ਆਪਾਂ ਨੇ ਦੋ ਪੈਰਾਮੀਟਰ ਪਾਸ ਕਰਾਤੇ, ਇੰਟ ਐਕਸ ਤੇ ਇੰਟ ਵਾਈ। ਸਿਸਟਮ ਦੀ ਐਸ ਵੱਡੀ ਲੈਣੀ ਹੈ, ਆਊਟ ਡੋਟ ਪ੍ਰਿੰਟ ਐਲ ਐਨ, ਐਲ ਵੱਡੀ ਲੈਣੀ ਹੈ। ਦਾ ਸਮ ਆਫ ਦਾ ਟੂ ਇੰਟੀਜ਼ਰਸ ਨੰਬਰ ਆਪਾਂ ਨੇ ਲੈਣੇ ਨੇ, ਜੋ ਪੈਰਾਮੀਟਰ ਉੱਪਰ ਪਾਸ ਕਰਾਏ ਨੇ ਆਪਾਂ ਨੇ ਇੱਥੇ ਪਲੱਸ ਦੇ ਸਾਈਨ ਦੇ ਨਾਲ ਅਸੈਸ ਕਰਦੇ ਹਾਂ। ਬ੍ਰੈਕਟ ਦੇ ਵਿੱਚ ਐਸ ਪਲੱਸ ਵਾਈ ਕਰ ਦੇਣੀ ਆਪਾਂ ਨੇ। ਵਾਈਡ ਸਮ ਅਲੱਗ ਤੋਂ ਆ ਗਿਆ, ਡਬਲ ਐਕਸ ਡਬਲ ਵਾਈ ਦੇ ਵਿੱਚ ਸਿਸਟਮ ਡੋਟ ਪ੍ਰਿੰਟ ਐਲਨ, ਇਹਨਾਂ ਨੂੰ ਵੀ ਆਪਾਂ ਨੇ ਕੀ ਕਰ ਦੇਣਾ? ਅਸੈਸ ਕਰ ਦੇਣਾ ਆਪਾਂ ਨੇ। ਵਾਈਡ ਸਮ ਹਰ ਇੱਕ ਦੀ ਦੇਖੋ ਆਪਣੇ ਕੋਲ ਜੋ ਮੈਥਡ ਦਾ ਨੇਮ ਸੇਮ ਹੈ, ਬਟ ਜੋ ਪੈਰਾਮੀਟਰ ਹੋ ਰਹੇ ਨੇ ਡਿਫਰੈਂਟ ਹੋ ਰਹੇ ਨੇ। ਹੁਣ ਕਰੈਕਟਰ ਦੇ ਵਿੱਚ ਆ ਗਿਆ, ਕਰੈਕਟਰ ਦੇ ਵਿੱਚ ਆਪਾਂ ਨੇ ਪਾਸ ਕਰਾਤੀ। ਦੈਨ ਜਦੋਂ ਆਪਣੇ ਕੋਲ ਪਬਲਿਕ ਸਟੈਟਿਕ ਮੈਥਡ ਓਵਰਲੋਡਿੰਗ ਡੈਮੋ, ਹੁਣ ਮੈਥਡ ਓਵਰਲੋਡਿੰਗ ਕਿਵੇਂ ਇਹਨੂੰ ਅਸੈਸ ਕਰਾਂਗੇ? ਆਪਾਂ ਨੇ ਉੱਪਰ ਪੈਰਾਮੀਟਰ ਪਾਸ ਕਰਾਏ ਨੇ, ਨੀਚੇ ਦੇਖੋ ਪਬਲਿਕ ਸਟੈਟਿਕ ਵਾਇਡ ਮੈਨ ਸਟਰਿੰਗ ਡੋਟ ਆਰਗੂਮੈਂਟਸ। ਸਮ ਆਫ ਦਾ ਟੂ ਨੰਬਰਸ ਆਬਜੈਕਟ ਕ੍ਰੀਏਟ ਕਰ ਲਿਆ ਨਿਊ ਦੇ ਨਾਲ। ਓ ਬੀ ਜੇ ਕੀ ਆਬਜੈਕਟ ਦਾ ਨੇਮ ਹੈ, ਸਮ ਦਾ ਟੂ ਨੰਬਰਸ ਜੋ ਆਪਣਾ ਕਲਾਸ ਦੇ ਨੇਮ ਹੈ। ਕਲਾਸ ਦੇ ਨੇਮ ਨਾਲ ਅਸੈਸ ਕਰਦੇ ਹਾਂ। ਪਹਿਲਾਂ ਆਪਣੇ ਕੋਲ ਹੈ ਆਬਜੈਕਟ ਡੋਟ ਸਮ, ਕਿਉਂਕਿ ਜਿਹੜਾ ਆਪਣੇ ਕੋਲ ਮੈਥਡ ਹੈ ਆਪਾਂ ਨੇ ਕੀ ਕਰਨਾ ਹੈ? ਅਸੈਸ ਕਰਨਾ ਆਬਜੈਕਟ ਦੇ ਥਰੂ। ਡੋਟ ਦੇ ਨਾਲ ਅਸੈਸ ਕਰਾਂਗੇ, ਜੋ ਮੈਂ ਤੁਹਾਨੂੰ ਪਹਿਲਾਂ ਲਾਸਟ ਪ੍ਰੋਗਰਾਮ 'ਚ ਦੱਸ ਚੁੱਕੀ ਹਾਂ। ਸਮ ਇਹਦੀ ਵੈਲਿਊ ਪਾਸ ਕਰਾ ਦਿਓ 10 ਔਰ 20। ਆਬਜੈਕਟ ਡੋਟ ਸਮ ਇਹਦੀ ਵੈਲਿਊ ਪਾਸ ਕਰਾ ਦਿਓ 7.5 ਪੁਆਇੰਟਸ। ਕਿਉਂ ਲੱਤੀ ਹੈ? ਕਿਉਂਕਿ ਡਬਲ ਲੱਤੀ ਆਪਾਂ ਨੇ ਉੱਪਰ, ਡਬਲ ਐਕਸ ਤੇ ਡਬਲ ਵਾਈ ਲੱਤਾ ਸੀ। ਸਮ ਏ ਤੇ ਬੀ ਕਿਉਂ ਲੱਤੇ? ਕਿਉਂਕਿ ਆਪਾਂ ਨੇ ਕਰੈਕਟਰ 'ਚ ਵੈਲਿਊ ਕੀਤੀ ਹੈ। ਇਸ ਤਰੀਕੇ ਦੇ ਨਾਲ ਤੁਸੀਂ ਇੱਕ ਕਲਾਸ ਦੇ ਵਿੱਚ ਮਲਟੀਪਲ ਮੈਥਡ ਅਸੈਸ ਕਰ ਸਕਦੇ ਹੋ। ਦੈਨ ਅੱਗੇ ਆਪਣੇ ਕੋਲ ਸਟੈਟਿਕ ਫੀਲਡਸ। ਸਟੈਟਿਕ ਫੀਲਡਸ ਕੀ ਕੰਮ ਕਰਦੇ? ਜੋ ਵੈਲਿਊ ਸਟੈਟਿਕ ਹੋ ਜਾਂਦੀ ਹੁੰਦੀ ਹੈ। ਇਨ ਦਾ
जो अपने को वी कैन डिस्कस द ईच ऑब्जेक्ट ऑफ क्लास हैव इज़ द ओन कॉपी ऑफ ऑल फील्ड ऑफ क्लास सर्टन आर सिचुएशनस कहता हूँ स्टैटिक की होंगे इट मे बी रिक्वायर्ड टू शेयर द कॉमन कॉपी ऑफ फील्ड ऑल दी ऑब्जेक्ट ऑफ द सेम क्लास एक सेम क्लास के विच अपने सेम एक कॉमन कॉपी हो रही है सारे तो यूज़ हो रही है वो अपने शेयर करनी है दिस अकंपलिश बाय डिक्लेयरिंग द स्टैटिक फील्ड ਤਾਂ ਜਦੋਂ ਕਾਮਨ ਕਾਪੀ ਨੂੰ ਆਪਾਂ ਸ਼ੇਅਰ ਕਰਾਂਗੇ ਕਿਹਦੇ ਥਰੂ ਸ਼ੇਅਰ ਕਰਾਂਗੇ ਸਟੈਟਿਕ ਫੀਲਡ ਦੇ ਥਰੂ ਸ਼ੇਅਰ ਕਰਾਂਗੇ ਸਟੈਟਿਕ ਫੀਲਡ ਆਫ ਕਲਾਸ ਇਜ਼ ਆ ਰੈਫਰ ਟੂ ਦਾ ਸਟੈਟਿਕ ਵੇਰੀਏਬਲ ਤਾਂ ਉਹਦੇ ਲਈ ਆਪਣੇ ਕੋਲ ਕਲਾਸ ਵੇਰੀਏਬਲ ਦੀ ਵੀ ਲੋੜ ਪਏਗੀ ਬਿਕੋਜ਼ ਸਟੈਟਿਕ ਫੀਲਡ ਇਜ਼ ਐਸੋਸੀਏਟ ਵਿਦ ਦਾ ਕਲਾਸ ਨੋਟ ਦਾ ਇੰਡੀਵਿਜੂਅਲ ਕਿਉਂਕਿ ਜੋ ਆਪਣੇ ਕੋਲ ਸਟੈਟਿਕ ਵੇਰੀਏਬਲ ਹੋਊਗਾ ਉਹ ਕਲਾਸ ਦੇ ਨਾਲ ਆਪਣੇ ਕੋਲ ਕੀ ਹੋਊਗਾ ਅਟੈਚ ਹੋਊਗਾ ਨਾ ਕਿ ਆਪਣੇ ਕਿਸੇ ਵੇਰੀਏਬਲ ਦੇ ਨਾਲ ਅਟੈਚ ਹੋਏਗਾ static field get the memory only once for the whole class no matter how many object create ਵੀ class create ਮਤਲਬ ਇਹ 'ਚ ਇਹ ਨਹੀਂ ਦੇਖਿਆ ਜਾਊਗਾ ਵੀ ਕਲਾਸ ਦੇ ਵਿੱਚ ਕਿੰਨੇ object create ਕੀਤੇ ਗਏ ਨੇ ਤਾਂ ਜਸਟ ਆਪਣੀ ਮੈਮਰੀ ਦੇ ਵਿੱਚ ਇੱਕ ਵਾਰ ਕੰਮ ਕਰਨਾ ਪੂਰੀ ਕਲਾਸ ਦੇ ਵਿੱਚ ਜਿਵੇਂ ਕਿ ਇਹਦਾ ਸਿੰਟੈਕਸ ਹੈ ਸਿੰਟੈਕਸ ਦੇ ਵਿੱਚ ਕੀ ਹੈ ਸਟੈਟਿਕ ਵਰਡ ਆਪਾਂ ਲਗਾਵਾਂਗੇ ਡਾਟਾ ਟਾਈਪ ਤੋਂ ਪਹਿਲਾਂ ਆਪਾਂ ਨੇ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਊ ਕਿ ਆਪਣੀ ਕੀ ਹੋਗੀ ਇਹ ਵੈਲਿਊ ਸਟੈਟਿਕ ਹੋ ਰਹੀ ਹੈ ਡਾਟਾ ਟਾਈਪ ਤੋਂ ਪਹਿਲਾਂ ਲਗਾਣੇ ਜਿੱਥੇ ਆਪਾਂ ਇੰਟ ਫਲੋਟ ਕਰੈਕਟਰ ਲੈਣੇ ਉਹ ਤੋਂ ਪਹਿਲਾਂ ਸਟੈਟਿਕ ਵਰਡ ਲਗਾ ਦੇਣੇ ਦੈਨ ਫੀਲਡ ਨੇਮ ਆਪਾਂ ਨੇ ਲਗਾ ਦੇਣੇ ਇਹਦੇ ਨਾਲ ਫੀਲਡ ਨੇਮ ਦੇ ਵਿੱਚ ਕੀ ਹੋਊਗਾ ਜੋ ਵੀ ਆਪਾਂ ਨੇ ਕਲਾਸ ਵਗੈਰਾ ਦੇ ਵਿੱਚ ਆਪਾਂ ਨੇ ਮੈਥਡ ਅਸੈਸ ਕਰਾਂਗੇ एंड रैक्टेंगल इज़ एडिंग द स्टैटिक एंड रैक्ट काउंट जो अपने की है रैक्टेंगल की अपने को क्लास का नेम आ गया स्टैटिक फील्ड का की आ गया रैक्ट काउंट आ गया काउंट का नंबर ऑफ रैक्टेंगल के विच किन्ने नंबर काउंट हो रहे हैं वो बारे होगा जिमें क्लास का नेम देखो क्लास का नेम ले लिया रैक्टेंगल दैन आप जितों डाटा टाइप पास कराने स्टैटिक इंट रैक्ट काउंट इक्वल टू जीरो तां लत्ती है कि डिफॉल्ट वैल्यू कंसीडर कर लेंदा अगर आप ये जीरो नहीं कंसीडर करांगे इस तरीके दे नाल आप वैल्यू नूं की कर सकते हैं आप ये स्टोर कर सकते हैं आप वैल्यू नूं स्टैटिक भी कर सकते हैं आप ये दैन अगे अपने को कंस्ट्रक्टर कंस्ट्रक्टर की काम करते राजे कंस्ट्रक्टर का तुहानूं पता ही है कि अपने को सेम नेम हुंदा क्लास का नेम सेम हुंदा उहनूं की कह दिंदे ने कंस्ट्रक्टर कह दिंदे नेगे जिमें कि इहदी मतलब डेफिनेशन दे विच दे रखे है इनिशियलाइजेशन वेरीएबल इज़ कंसीडर द वेरी हैल्पफुल मेकिंग द प्रोग्राम वी कैन इनिशियलाइज वेरीएबल परमिटिंग टाइप इन द डिक्लेरेशन जिमें कि इनिशियलाइजेशन वेरीएबल है जिमें इंट इक्वल टू ए इक्वल टू 10 लै लिया सब तो पहले अपने अपना वेरीएबल लै लिया नेम ऑब्जेक्ट ओरिएंटेड प्रोग्रामिंग लाइक जावा इनिशियलाइजेशन न्यू ऑब्जेक्ट इवन मोर कॉमन वी हैव ऑलरेडी डन दिस टू अप्रोचेज फस्ट अप्रोच वी यूज़ अ डॉट ऑपरेटर आप ये डॉट ऑपरेटर यूज़ करांगे सब तो पहला टू असैस एंड असाइन दी वैल्यू टू द वेरीएबल नू वैल्यू असाइन करने के लिए नीचे एग्जाम्पल देखो जिमें R1 का नाम का अपने को ऑब्जैक्ट हो रहा है डॉट लैंथ डॉट दे नाल आप उन्होंने असैस करांगे इक्वल टू वो वैल्यू जो भी वैल्यू थोने पास कराई है हुण R1 की है अपने को ऑब्जैक्ट का काम करते हैं तो अगले नैक्सट देखो अपने को R2 की काम करता है ऑब्जैक्ट 2 दूसरा ऑब्जैक्ट है डॉट लैंथ इक्वल टू 7 ये दोनों ऑब्जैक्ट ने R1 तो R2 आर द ऑब्जैक्ट ऑफ रैक्टेंगल क्लास जो अपनी रैक्टेंगल क्लास हैगी है वी मेड द यूज़ ऑफ द सैट डाटा साइन दी वैल्यू सैट डाटा की हो गया अपने जो मैथड ये क्रिएट करांगे R1 दे नाल जो अपने को ऑब्जैक्ट ने वो मैथड नूं आपां असैस करते हैं वो आप वैल्यू असैस कर देंगे जिन्नी भी वैल्यू थोड़े वो फिल करनी है हुण देखो अपने अगले पैरे दे विच अ कंस्ट्रक्टर इज़ अ स्पैशल मैथड डैट कॉल्ड वैन एवर ऑब्जैक्ट इज़ क्रिएट मतलब कंस्ट्रक्टर की अपने को एक स्पैशल मैथड हुंदा है जो कि वैन एवर जो आप अपने ऑब्जैक्ट नूं जो आपां नूं ऑब्जैक्ट नूं क्रिएट करते हैं तो उस वक्त के नाल आपां न्यू वर्ड के नाल आपां ऑब्जैक्ट क्रिएट करते हैं कंस्ट्रक्टर की हुंदा है सेम नेम एज अ क्लास जो अपना क्लास का नेम है उही आपां इहदे विच नेम लवांगे इट कंटेन द ब्लॉक ऑफ स्टेटमेंट डैट कैन बी यूज इन इनिशियलाइजेशन द इंस्टांस यानी कि एक ही अपनी स्टेटमेंट नूं ब्लॉक कर दिंदा वेरीएबल्स नूं बिफोर द रैफरेंस टू द ऑब्जैक्ट इज़ रिटर्न बाय द न्यू वर्ड के नाल आपां ऑब्जैक्ट नूं क्रिएट करांगे कंस्ट्रक्टर नेम पैरामीटर लिस्ट जो भी कंस्ट्रक्टर का नेम लेना है आपने दैन कंस्ट्रक्टर की बॉडी ये जो भी कंस्ट्रक्टर की बॉडी के आपने कंसीडर लेना हुण इहदा प्रोग्राम की कहता यूज़ ऑफ कंस्ट्रक्टर क्लास की है अपने को रैक्टेंगल नाम की क्लास है इंट 2 अपने को डाटा टाइप्स आ गए लैंथ ते विड्थ अपने को 2 वेरीएबल्स आ गए हुण देखो हुण नीचे रैक्टेंगल फेर ले लिया ना अपने ब्लैक अक्षरां दे विच है
ਰੈਕਟੈਂਗਲ ਇਹ ਕੀ ਆਪਣੇ ਕੋਲ ਹੁਣ ਕੰਸਟਰਕਟਰ ਕ੍ਰੀਏਟ ਹੋ ਗਿਆ। ਕੰਸਟਰਕਟਰ ਕ੍ਰੀਏਟ ਹੋ ਗਿਆ ਕਿ ਆਪਾਂ ਸੇਮ ਨੇਮ ਹੈ ਕਲਾਸ ਦਾ, ਜੋ ਕਲਾਸ ਦਾ ਨੇਮ ਲੱਤਾ ਉਹੀ ਕੰਸਟਰਕਟਰ ਦਾ ਨੇਮ ਲੱਤਾ। ਬਟ ਇੱਥੇ ਜੋ ਆਪਾਂ ਨੇ ਵੇਰੀਏਬਲ ਲੱਤੇ ਸੀ ਉਹਦੀ ਵੈਲਿਊ ਕ੍ਰੀਏਟ ਕਰ ਦਾਂਗੇ। ਲੈਂਥ 5 ਐਂਡ ਵਿਡਥ ਆਪਣੇ ਕੋਲ ਕਿੰਨੀ ਹੈ 6 ਹੈ। ਮੈਥਡ ਟੂ ਕੈਲਕੂਲੇਸ਼ਨ ਦਾ ਏਰੀਆ, ਆਪਾਂ ਨੇ ਮੈਥਡ ਕ੍ਰੀਏਟ ਕਰਨੇ ਨੇ ਕੈਲਕੂਲੇਸ਼ਨ ਦਾ ਆਫ ਏਰੀਆ ਦੇ ਵਿੱਚ। ਇੰਟ ਏਰੀਆ ਕੀ ਹੈ ਆਪਣੇ ਕੋਲ ਮੈਥਡ ਹੈ। ਇੰਟ ਰੈਕਟ ਏਰੀਆ ਇਕੁਅਲ ਟੂ ਲੈਂਥ ਮਲਟੀਪਲ ਬਾਈ ਵਿਡਥ ਰਿਟਰਨ ਰੈਕਟ ਏਰੀਆ, ਜੋ ਆਪਣੇ ਕੋਲ ਮੈਥਡ ਹੈ। ਆਪਣੇ ਕੋਲ ਹੁਣ ਕਲਾਸ ਕ੍ਰੀਏਟ ਕਰਨੀ ਹੈ, ਆਬਜੈਕਟ ਦੇ ਥਰੂ ਕਲਾਸ ਕ੍ਰੀਏਟ ਕਰਨੀ ਹੈ ਤਾਂ ਕਲਾਸ ਕੰਸਟਰਕਟਰ ਡੈਮੋ ਪਬਲਿਕ ਸਟੈਟਿਕ ਵਾਇਡ ਮੇਨ ਰੈਕਟੈਂਗਲ ਫਸਟ ਰੈਕਟ। ਫਸਟ ਰੈਕਟ ਕੀ ਹੈ ਆਪਣੇ ਕੋਲ ਆਬਜੈਕਟ ਦਾ ਕੰਮ ਕਰਦਾ ਇਕੁਅਲ ਟੂ ਨਿਊ ਵਰਡ ਦੇ ਨਾਲ। ਰੈਕਟੈਂਗਲ ਕੀ ਹੈ ਆਪਣੇ ਕੋਲ ਕਲਾਸ ਦਾ ਨੇਮ ਹੈ। ਇਸ ਤਰੀਕੇ ਦੇ ਨਾਲ ਸਿਸਟਮ ਡੋਟ ਆਊਟ ਡੋਟ ਪ੍ਰਿੰਟ ਐਲਨ ਦੇ ਨਾਲ ਪਲੱਸ ਫਸਟ ਰੈਕਟ ਦੇ ਨਾਲ ਆਪਣਾ ਕੀ ਹੈ ਇਹ ਪ੍ਰੋਗਰਾਮ ਅਸੈਸ ਹੋ ਜਾਊਗਾ। ਏਰੀਆ ਆਫ ਰੈਕਟੈਂਗਲ ਕੀ ਹੋਏਗਾ ਲੈਂਥ ਗੁਣਾ ਵਿਡਥ, ਯਾਨੀ ਕਿ ਜੋ ਆਪਾਂ ਨੇ ਆਪਣੀ ਵੈਲਿਊ ਦਿੱਤੀ ਹੈ 5 ਇਜ਼ ਮਲਟੀਪਲ ਬਾਈ 6 ਦੈਨ ਉਸ ਵੈਲਿਊ ਨੂੰ ਕੀ ਕਰੇਗਾ ਉਹ ਅਸੈਸ ਕਰੇਗਾ। ਹੁਣ ਐਵੇਂ ਅੱਗੇ ਆਪਣੇ ਕੋਲ ਕੰਸਟਰਕਟਰ ਓਵਰਲੋਡਿੰਗ। ਇੱਕ ਪ੍ਰੋਗਰਾਮ ਇੱਕ ਕਲਾਸ ਦੇ ਵਿੱਚ ਆਪਾਂ ਇੱਕ ਤੋਂ ਵੱਧ ਵੀ ਮਲਟੀਪਲ ਵੀ ਕੰਸਟਰਕਟਰ ਓਵਰਲੋਡ ਕਰ ਸਕਦੇ ਹਾਂ। ਜਿਵੇਂ ਕਿ ਪ੍ਰੋਗਰਾਮ ਦੇ ਵਿੱਚ ਕਲਾਸ ਰੈਕਟੈਂਗਲ ਦੇ ਰੱਖਿਆ, ਦੇਖੋ ਰੈਕਟੈਂਗਲ ਨੀਚੇ ਦੇ ਰੱਖਿਆ ਇੰਟ ਤੇ ਸਾਈਡ ਦੇ ਰੱਖਿਆ, ਇੱਕ ਆਪਾਂ ਨੇ ਰੈਕਟੈਂਗਲ ਹੋਰ ਰੱਖਿਆ ਇੰਟ ਐਲ ਤੇ ਇੰਟ ਬੀ। ਜੋ ਇੰਟ ਰੈਕਟੈਂਗਲ ਇੰਟ ਸਾਈਡ ਰੈਕਟੈਂਗਲ ਇੰਟ ਐਲ ਤੇ ਬੀ ਹੈ, ਦੋ ਆਪਣੇ ਕੋਲ ਕੰਸਟਰਕਟਰ ਹੋ ਗਏ ਜਿਹਨੂੰ ਆਪਾਂ ਕੰਸਟਰਕਟਰ ਓਵਰਲੋਡਿੰਗ ਦਾ ਨਾਮ ਦੇ ਦਿੰਦੇ ਹਾਂ। ਬਾਕੀ ਸਾਰਾ ਸੇਮ ਹੈ ਪ੍ਰੋਗਰਾਮ। ਜਦੋਂ ਇੱਕ ਕਲਾਸ ਦੇ ਵਿੱਚ ਇੱਕ ਤੋਂ ਵੱਧ ਆਪਣੇ ਕੋਲ ਕੰਸਟਰਕਟਰ ਯੂਜ਼ ਕੀਤੇ ਜਾਂਦੇ ਨੇ ਉਹਨੂੰ ਕੀ ਕਹਿੰਦੇ ਨੇ ਕੰਸਟਰਕਟਰ ਓਵਰਲੋਡਿੰਗ। ਓਕੇ।